ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕੁੰਭੇ ਬੱਧਾ ਜਲ ਰਹੈ ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ ਗੁਰ ਬਿਨ ਗਿਆਨ ਨ ਹੋਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ ਸਭ ਥਾਈਂ ਹੋਏ ਸਹਾਏ। ਹਮ ਅਵਗਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਸਰਣਾਈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ।
ਸਭਨਾ ਉਪਾਵੋ ਉਪਾਵਾ ਸਿਰ ਉਪਾਓ ਹੈ। ਹਰ ਨਾਮ ਪ੍ਰਾਪਤ ਹੋਏ। ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ। ਸਭਨਾ ਉਪਾਵਾ ਸਿਰ ਉਪਾਓ ਹੈ। ਹਰ ਨਾਮ ਪ੍ਰਾਪਤ ਹੋਏ। ਅੰਤਰ ਸੀਤਲ ਸ਼ਾਂਤ ਵਸੈ। ਜਪ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ। ਨਾਨਕ ਨਾਮ ਵਡਾਈ ਹੋਏ। ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ। ਹਰ ਪਾਵਹਿ ਗੁਣੀ ਨਿਧਾਨ। ਹਰ ਸੁਖ ਦਾਤਾ ਮਨ ਵਸੈ। ਹਉਮੈ ਜਾਏ ਗੁਮਾਨ। ਨਾਨਕ ਨਦਰੀ ਪਾਈਐ। ਤਾਂ ਅਨ ਦਿਨ ਲਾਗੈ ਧਿਆਨ। ਪੌੜੀ। ਸਤ ਸੰਤੋਖ ਸਭ ਸੱਚ ਹੈ। ਗੁਰਮੁਖ ਪਵਿੱਤਾ। ਅੰਦਰੋਂ ਕਪਟ ਵਿਕਾਰ ਗਿਆ। ਮਨ ਸਹਿਜੇ ਜਿੱਤਾ। ਤਹ ਜੋਤ ਪ੍ਰਗਾਸ ਆਨੰਦ ਦਰਸ। ਅਗਿਆਨ ਗਵਿੱਤਾ। ਅਨ ਦਿਨ ਹਰ ਕੇ ਗੁਣ ਰਵੈ। ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ। ਇੱਕੋ ਹਰ ਮਿੱਤਾ। ਅਨ ਦਿਨ ਹਰ ਕੇ ਗੁਣ ਰਵੈ। ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ। ਇੱਕੋ ਹਰ ਮਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ
ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਪੰਜਾਂ ਬਾਣੀਆਂ ਦਾ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ, ਸ਼੍ਰੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਸ਼ਰਵਣ ਕੀਤੀਆਂ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਤੋਂ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਪਾਵਨ ਹੁਕਮਨਾਮਾ ਸਾਹਿਬ ਜੋ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਜਿੱਥੇ ਸ਼ਬਦ ਦੀ ਵਿਚਾਰ ਸ਼ਰਵਣ ਕਰਨੀ ਹੈ ਉੱਥੇ ਨਾਲ ਹੀ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਵਸ ਦਿਹਾੜਾ ਹੈ। ਤੇ ਨਾਲ ਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਤੇ ਸਤਿਗੁਰਾਂ ਦੇ ਗੁਰਪੁਰਬ ਨੂੰ ਸਮਰਪਿਤ ਵੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਹਨ, ਜਿੱਥੇ ਆਪਾਂ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਨੀ ਹੈ। ਤੇ ਨਾਲ ਨਾਲ ਆਪਾਂ ਜੋ ਬਾਲਾ ਪ੍ਰੀਤਮ ਜੀ ਦਾ ਪਾਵਨ ਇਤਿਹਾਸ ਹੈ, ਕਿਵੇਂ ਦਿੱਲੀ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਨੇ ਪਰਉਪਕਾਰ ਕਰਨ ਹਿਤ, ਪਰਾਏ ਦੇ ਭਲੇ ਵਾਸਤੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗਣਾ ਕੀਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ। ਉਹ ਪਾਵਨ ਇਤਿਹਾਸ ਨਾਲ ਵੀ ਆਪਾਂ ਨੇ ਸਾਂਝ ਪਾਉਣੀ ਹੈ। ਸੋ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ, ਤਿਸਨੋ ਪੂਜੇ ਸਭ ਕੋਏ। ਸਭਨਾ ਉਪਾਵਾ ਸਿਰ ਉਪਾਓ ਹੈ, ਹਰ ਨਾਮ ਪ੍ਰਾਪਤ ਹੋਏ। ਗੂਜਰੀ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਹੀ ਕਛ ਕਹੀ ਨਾ ਜਾਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਗੂਜਰੀ ਦੀ ਵਾਰ ਵਿੱਚ ਸਤਿਗੁਰੂ ਜੀ ਦਾ ਇਹ 9ਵਾਂ ਸ਼ਲੋਕ ਹੈ ਤੇ ਸਤਿਗੁਰੂ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਜੇ ਸਤਿਗੁਰ ਸੇਵੇ ਆਪਣਾ, ਤਿਸਨੋ ਪੂਜੇ ਸਭ ਕੋਏ। ਕਿ ਜਿਹੜੇ ਜੀਵ ਆਪਣੇ ਸਤਿਗੁਰ ਨੂੰ ਸੇਵਦੇ ਹਨ, ਭਾਵ ਗੁਰੂ ਨੂੰ ਚੇਤੇ ਕਰਦੇ ਹਨ, ਉਸ ਨੂੰ ਤਿਸਨੋ ਪੂਜੇ ਸਭ ਕੋਏ। ਉਸ ਜੀਵ ਨੂੰ ਫਿਰ ਸਾਰੇ ਹੀ ਮਾਣ ਸਨਮਾਨ ਦਿੰਦੇ। ਕੁਦਰਤੀ ਤੌਰ 'ਤੇ ਆਪਾਂ ਦੇਖੀਏ
ਮਨੁੱਖ ਜਦੋਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਚੰਗੇ ਕਰਮ ਕਰਦਾ ਹੈ, ਲੋਕ ਭਲਾਈ ਦੇ ਕੰਮ ਕਰਦਾ, ਨਾਮ ਬਾਣੀ ਦਾ ਅਭਿਆਸ ਕਰਦਾ, ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਹ ਫਿਰ ਉਸ ਜੀਵ ਨੂੰ ਇਹ ਕਹਿਣਾ ਨਹੀਂ ਪੈਂਦਾ ਹੈ ਕਿ ਭਾਈ ਮੇਰੀ ਸਿਫਤ ਸਲਾਹ ਕਰੋ। ਉਹ ਚੰਗੇ ਕੰਮ ਕਰਦਾ, ਨਾਮ ਜਪਦਾ, ਤੇ ਦੁਨੀਆ ਦੇ ਲੋਕ ਆਪਣੇ ਆਪ ਹੀ ਉਸ ਜੀਵ ਨੂੰ ਫਿਰ ਮਾਣ ਸਨਮਾਨ ਦੇਣ ਲੱਗ ਪੈਂਦੇ ਨੇ। ਉਹਨਾਂ ਨੂੰ ਫਿਰ ਵਡਿਆਈ ਮਿਲਦੀ। ਜਦੋਂ ਉਹ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਨਾਮ ਜਪ ਕੇ ਪਰਮੇਸ਼ਰ ਦੇ ਨਾਮ ਰੰਗ 'ਚ ਰੰਗੇ ਜਾਂਦੇ ਹਨ, ਤੇ ਉਦੋਂ ਉਹਨਾਂ ਨੂੰ ਫਿਰ ਦੁਨੀਆ ਦੇ ਲੋਕ ਨਾਮ ਦਿੰਦੇ ਨੇ। ਕੋਈ ਉਹਨਾਂ ਨੂੰ ਸੰਤ ਆਖਦਾ, ਕੋਈ ਭਗਤ ਆਖਦਾ, ਕੋਈ ਗੁਰਸਿੱਖ ਆਖਦਾ, ਕੋਈ ਕੁਝ ਆਖਦਾ, ਕੋਈ ਕੁਝ ਆਖਦਾ। ਸੰਸਾਰ ਦੇ ਜੀਵ ਹੀ ਫਿਰ ਇਹ ਨਾਮ ਦਿੰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਨਾ, ਹਿਰਦੇ ਵਿੱਚ ਨਾਮ ਵਸਦਾ ਹੈ, ਮਨ ਵਿੱਚ ਤਨ ਵਿੱਚ, ਉਹਨਾਂ ਪਿਆਰਿਆਂ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਹੈ। ਦੁਨੀਆ ਦੇ ਲੋਕ ਉਹਨਾਂ ਦੀ ਵਡਿਆਈ ਕਰਦੇ ਹਨ। ਪੰਜਵੇਂ ਗੁਰ ਦੇ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਆਪਾਂ, ਸਤਿਗੁਰੂ ਜੀ ਦਾ ਫਰਮਾਨ ਕਿ ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਏ। ਜਦੋਂ ਜਿਨ੍ਹਾਂ ਦੇ ਮਨ ਤਨ ਵਿੱਚ ਪ੍ਰਮਾਤਮਾ ਦਾ ਨਾਮ ਦਾ ਵਾਸਾ ਹੋ ਜਾਂਦਾ, ਦੁਨੀਆ ਦੇ ਲੋਕ ਉਸ ਜੀਵ ਦੀ ਜੈ ਜੈਕਾਰ ਵਡਿਆਈ ਕਰਦੇ ਹਨ। ਜਦੋਂ ਉਹਨਾਂ ਨੂੰ ਮਾਣ ਸਨਮਾਨ ਮਿਲਦਾ, ਸਤਿਕਾਰ ਮਿਲਦਾ ਸੰਸਾਰ ਦੇ ਵਿੱਚ, ਫਿਰ ਗੁਰੂ ਸਵਾਰਿਓ ਅੱਗੋਂ ਫਿਰ ਉਹ ਉੱਤਰ ਦਿੰਦੇ ਨੇ, ਕਹਿੰਦੇ ਇਹ ਸਾਰੇ ਪੂਰੇ ਗੁਰੂ ਦੀ ਵਡਿਆਈ ਕਰਕੇ ਹੀ ਹੈ। ਗੁਰੂ ਦਾ ਹੀ ਮਾਣ ਸਨਮਾਨ ਹੈ, ਸਾਡਾ ਕੁਝ ਵੀ ਨਹੀਂ ਹੈ। ਤੇ ਇਸ ਪ੍ਰਕਾਰ ਗੁਰੂ ਸਵਾਰਿਓ ਉਹਨਾਂ ਦਾ ਮੇਨ ਕੰਮ ਹੁੰਦਾ ਕਿ ਹੱਠੇ ਪਹਿਰ ਪਰਿਪੂਰਨ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ। ਉਹ ਬਸ ਮਾਲਕ ਦੇ ਗੁਣ ਗਾਇਨ ਕਰਨਾ ਛੱਡਦੇ ਨਹੀਂ ਹਨ। ਇਸ ਕਰਕੇ ਗੁਰੂ ਪਾਤਸ਼ਾਹ ਇੱਥੇ ਬਚਨ ਕਰਦੇ ਨੇ, ਕਹਿੰਦੇ ਜਿਹੜੇ ਆਪਣੇ ਸਤਿਗੁਰੂ ਸੇਵਦੇ ਹਨ, ਚੇਤੇ ਕਰਦੇ ਹਨ, ਉਹਨਾਂ ਜੀਵਾਂ ਨੂੰ ਫਿਰ ਤਿਸਨੋਂ ਪੂਜੇ ਸਭ ਕੋਏ। ਉਹ ਪਰਮੇਸ਼ਰ ਨੂੰ ਪੂਜਦੇ ਹਨ, ਗੁਰੂ ਨੂੰ ਪੂਜਦੇ ਹਨ। ਦੁਨੀਆ ਦੇ ਲੋਕ ਉਸ ਜੀਵ ਦਾ ਮਾਣ ਸਨਮਾਨ ਕਰਨ ਲੱਗ ਪੈਂਦੇ ਨੇ। ਉਹਨਾਂ ਨੂੰ ਜੀ ਜੀ ਆਖਿਆ ਜਾਂਦਾ ਹੈ। ਜਦੋਂ ਇਸ ਲੋਕ ਤੋਂ ਫਿਰ ਮਾਲਕ ਦੀ ਦਰਗਾਹ ਵਿਖੇ ਪਹੁੰਚਦੇ ਨੇ, ਉੱਥੇ ਕੋਈ ਰੇ ਰੇ ਨਹੀਂ ਆਖਦਾ। ਰੇ ਰੇ ਦਰਗਾਹ ਕਹਿ ਨਾ ਕਉ, ਆਓ ਬੈਠ ਆਦਰ ਸਭ ਦੇਉ। ਤੇ ਸਾਰੇ ਬੜੇ ਸਤਿਕਾਰ ਨਾਲ ਮਾਣ ਸਨਮਾਨ ਦਿੰਦੇ ਨੇ। ਕਹਿੰਦੇ ਨੇ ਆਓ ਭਗਤ ਜੀ, ਆਓ ਸੰਤ ਜੀ, ਆਓ ਗੁਰਸਿੱਖ ਜੀ। ਇਸ ਤਰ੍ਹਾਂ ਉਹਨਾਂ ਦੀ ਵਡਿਆਈ ਹੁੰਦੀ ਹੈ। ਤੇ ਪਾਤਸ਼ਾਹ ਜੀ ਅਗਲੀ ਪੰਕਤੀ ਉੱਤਰ ਦਿੰਦੇ ਨੇ, ਕਹਿੰਦੇ ਨੇ ਸਭਨਾ ਉਪਾਵਾ ਸਿਰ ਉਪਾਓ ਹੈ, ਹਰ ਨਾਮ ਪ੍ਰਾਪਤ ਹੋਏ। ਸਾਰੇ ਉਪਾਵਾਂ ਵਿੱਚੋਂ ਇੱਕ ਹੀ ਉਪਾਅ ਹੈ, ਇੱਕ ਹੀ ਅਸਲੀ ਢੰਗ ਤਰੀਕਾ ਹੈ ਕਿ ਜਿਸ ਜੀਵ ਨੂੰ ਆਪਣੇ ਜੀਵਨ ਵਿੱਚ ਵਿਚਰਦਿਆਂ ਹੋਇਆਂ ਹਰੀ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਹਰੀ ਦਾ ਨਾਮ ਸਾਨੂੰ ਮਿਲਦਾ ਕਿੱਥੋਂ ਹੈ? ਸਾਨੂੰ ਗੁਰੂ ਪਾਸੋਂ ਮਿਲਣਾ ਹੈ। ਗੁਰੂ ਹੀ ਨਾਮ ਦੀ ਦਾਤ ਦੇਣ ਵਾਲਾ ਹੈ। ਦੇਖੋ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦਾ ਅੰਮ੍ਰਿਤ ਜਦੋਂ ਛਕਾਉਂਦੇ ਨੇ ਨਾ, ਅੰਮ੍ਰਿਤ ਬਲਾਖੀ ਨੂੰ, ਅੰਮ੍ਰਿਤ ਛਕ ਕੇ ਫਿਰ ਉਹ ਸਿੰਘ ਸਜਦਾ, ਸਿੰਘਣੀ ਸਜਦੀ ਹੈ। ਤੇ ਜਦੋਂ ਫਿਰ ਪੰਜ ਪਿਆਰੇ ਸਾਹਿਬਾਨ ਸਭ ਤੋਂ ਪਹਿਲਾਂ ਰਹਿਤ ਮਰਜ਼ਾਦਾ ਦ੍ਰਿੜ ਕਰਾਉਣ ਤੋਂ ਪਹਿਲਾਂ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰਾਉਂਦੇ ਨੇ। 5 ਵਾਰੀ ਮੂਲ ਮੰਤਰ, 5 ਵਾਰੀ ਗੁਰਮੰਤਰ, ਤੇ ਆਖਦੇ ਨੇ ਕਿ ਭਾਈ ਇਹ ਗੁਰੂ ਦਾ ਮੰਤਰ ਹੈ, ਇਹਦਾ ਜਾਪ ਕਰਨਾ ਵੱਧ ਤੋਂ ਵੱਧ। ਜਿੱਥੇ ਗੁਰਬਾਣੀ ਪੜ੍ਹਨੀ ਹੈ, ਜੀਵਨ ਕਾਲ 'ਚ ਜਿੱਥੇ 5 ਬਾਣੀਆਂ ਨਿਤਨੇਮ ਕਰਨਾ, ਸਹਿਜ ਪਾਠ ਕਰਨੇ ਨੇ, ਹੋਰ ਧਰਮ ਨਿਤ ਕਰਮ ਕਰਨੇ, ਉੱਥੇ ਗੁਰਸਿੱਖ ਦੀ ਸ਼ੁਰੂਆਤ ਜਿਹੜੀ ਹੈ ਉਹ ਗੁਰਮੰਤਰ ਤੇ ਮੂਲ ਮੰਤਰ ਤੋਂ ਹੋਣੀ ਚਾਹੀਦੀ ਹੈ।
फिर जपजी साहिब, जाप साहिब, द्वै प्रसाद सवैये, कव्यो वाच बेनती चौपई, फिर आनंद साहिब। इत्थों सिख की शुरुआत। उस तो बाद चाहे आपां सुखमनी साहिब का पाठ करिए, आसा की वार पढ़ीए, ਜਾਂ ਦੱਖਣੀ ਓਂਕਾਰ ਸਿੱਧ ਗੋਸ਼ਟ ਇਤਿਆਦਿਕ ਜਿੰਨੀ ਵੀ ਬਾਣੀ ਪੜ੍ਹੀ ਜਾਵੇ ਥੋੜ੍ਹੀ ਹੈ, ਪਰ ਇਹ ਜ਼ਰੂਰੀ ਹੈ। ਇੱਥੋਂ ਸਾਡਾ ਮੁੱਢ ਹੈ ਮੂਲ ਮੰਤਰ ਅਤੇ ਗੁਰਮੰਤਰ, ਅਤੇ ਸਤਿਗੁਰੂ ਕਹਿੰਦੇ ਅਸਲ ਵਿੱਚ ਇਹੀ ਸਭ ਤੋਂ ਵੱਡਾ ਉਪਾਅ ਹੈ, ਢੰਗ ਹੈ, ਤਰੀਕਾ ਹੈ ਕਿ ਜਿਸ ਜੀਵ ਨੂੰ ਹਰੀ ਦਾ ਨਾਮ ਪ੍ਰਾਪਤ ਹੋ ਜਾਵੇ ਨਾ, ਫਿਰ ਉਹ ਜੀਵ ਦੇ ਹਿਰਦੇ ਅੰਦਰ ਸ਼ਾਂਤੀ ਪਰਤ ਜਾਂਦੀ ਹੈ। ਗੁਰਬਾਣੀ ਵਿੱਚ ਤਾਂ ਪਾਤਸ਼ਾਹ ਨੇ ਤੱਕ ਬਚਨ ਕਰ ਦਿੱਤੇ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਆਪ ਜੀ ਨੇ ਸ਼ਰਵਣ ਕੀਤੀ ਹੈ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਤਾਰੋ। ਸਤਿਗੁਰੂ ਤਾਂ ਕਹਿੰਦੇ ਇੱਕ ਕਿਣਕਾ, ਨਾਮ ਦਾ ਕਿਣਕਾ ਕਹਿੰਦੇ ਹਿਰਦੇ ਅੰਦਰ ਵਸ ਜਾਵੇ ਨਾ, ਫਿਰ ਉਸ ਜੀਵ ਦੀ ਮਹਿਮਾ ਗਣੀ ਨਾ ਆਵੇ, ਗਿਣਤੀ ਵਿੱਚ ਨਹੀਂ ਆਉਂਦੀ ਹੈ। ਅਤੇ ਗੱਲ ਤਾਂ ਗੁਰੂ ਸਰ ਜਿੰਨੇ ਵੀ ਆਪਾਂ ਜੋ ਵੀ ਹਨ, ਚਾਹੇ ਘਰਾਂ ਵਿੱਚ ਬੈਠ ਕੇ ਆਪਾਂ ਉਸ ਮਾਲਕ ਦੀ ਆਰਾਧਨਾ ਕਰ, ਜਾਂ ਗੁਰਦੁਆਰਾ ਸਾਹਿਬ ਵਿਖੇ ਹਰੀ ਦਾ ਜਸ ਕੀਰਤਨ ਕਥਾ ਕਹਾਣੀਆਂ ਸੁਣਦੇ ਹਨ। ਇਹਦਾ ਮੇਨ ਮਕਸਦ ਕੀ ਹੈ? ਮੇਨ ਮਕਸਦ ਇਹੀ ਹੈ ਕਿ ਸਾਡੇ ਹਿਰਦੇ ਦੇ ਅੰਦਰ ਇੱਕ ਕਿਣਕਾ ਮਾਤਰ ਪਰਮਾਤਮਾ ਦਾ ਨਾਮ ਵਸ ਜਾਵੇ। ਜਿਨ੍ਹਾਂ ਦੇ ਫਿਰ ਅੰਦਰ ਵਸ ਜਾਂਦਾ, ਫਿਰ ਉਹਨਾਂ ਦੀ ਜੈ ਜੈਕਾਰ ਕਰੇ ਸਭ ਕੋਈ, ਉਹਨਾਂ ਦੀ ਫਿਰ ਵਡਿਆਈ ਹੁੰਦੀ ਹੈ, ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹ ਸਾਰੇ ਉਪਾਵਾਂ ਵਿੱਚੋਂ ਸ਼੍ਰੇਸ਼ਟ ਉਪਾਅ ਇਹੀ ਹੈ ਕਿ ਹਰੀ ਦਾ ਨਾਮ ਪ੍ਰਾਪਤ ਕਰਨਾ। ਜਿਨ੍ਹਾਂ ਨੇ ਹਰੀ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੂੰ ਫਿਰ ਮਾਣ ਸਨਮਾਨ ਮਿਲਦਾ ਹੈ। ਇਹ ਹਰੀ ਦਾ ਨਾਮ ਕਿਸੇ ਵੇਲੇ ਨੂੰ ਹੀ ਗੁਰੂ ਸਵਾਰੇ ਪ੍ਰਾਪਤ ਹੁੰਦਾ ਹੈ। ਅਤੇ ਸਤਿਗੁਰੂ ਫਰਮਾਨ ਕਰਦੇ ਹਨ, ਕੋਟਨ ਮੈਂ ਨਾਨਕ ਕਉ, ਨਾਰਾਇਣ ਜਿਹ ਚੀਤ। ਜਪਦੇ ਸਾਰੇ ਨੇ, ਬਾਣੀ ਆਪਾਂ ਸਾਰੇ ਪੜ੍ਹਦੇ ਹਾਂ, ਪਰ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਹੈ ਜਿਹਦਾ ਉਸ ਮਾਲਕ ਕਰਤਾਰ ਨਾਲ ਚਿੱਤ ਲੱਗ ਗਿਆ ਹੈ, ਜਿਹੜਾ ਕਰਤਾਰ ਨਾਲ ਇੱਕਮਿਕ ਹੋ ਗਿਆ ਹੈ। ਅਤੇ ਸਤਿਗੁਰੂ ਕਹਿੰਦੇ ਨੇ, ਇਸ ਕਰਕੇ ਕਹਿੰਦੇ ਉਹ ਭਾਈ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਸਤਿਗੁਰੂ ਮਹਾਰਾਜ ਨੂੰ ਸਵਾਲ ਕੀਤਾ ਗਿਆ ਕਿ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਦੱਸੋ, ਨਾਮ ਜਪ ਕੇ ਬੰਦਗੀ ਕਰਕੇ ਜੀਵ ਨੂੰ ਕੀ ਪ੍ਰਾਪਤ ਹੁੰਦਾ ਹੈ? ਅਤੇ ਸਤਿਗੁਰੂ ਮਹਾਰਾਜ ਉੱਤਰ ਦਿੰਦੇ ਨੇ, ਕਹਿੰਦੇ ਨੇ, ਸਭ ਤੋਂ ਪਹਿਲਾ ਕੰਮ ਇਹ ਹੈ ਕਿ ਜੀਵ ਮਨ ਦੀ ਸ਼ਾਂਤੀ ਭਾਲਦਾ ਹੈ, ਕਿ ਮੇਰੇ ਮਨ ਨੂੰ ਸ਼ਾਂਤੀ ਮਿਲੇ, ਮੇਰੇ ਮਨ ਨੂੰ ਸਕੂਨ ਮਿਲੇ, ਮੈਂ ਭਟਕਣਾ ਵਿੱਚ ਨਾ ਪਵਾਂ, ਮੇਰਾ ਮਨ ਭਟਕਣਾ ਵਿੱਚ ਨਾ ਰਵੇ। ਅਤੇ ਬਾਹਰੋਂ ਤਾਂ ਆਪਾਂ ਸਰੀਰ ਨੂੰ ਸੁੱਖ ਦੇ ਸਕਦੇ ਹਾਂ, ਪਰ ਅੰਦਰ ਦੀ ਸ਼ਾਂਤੀ ਗੁਰੂ ਸਵਰਿਓ ਸਾਨੂੰ ਕੇਵਲ ਅਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਹੀ ਪ੍ਰਾਪਤ ਹੋਣੀ ਹੈ। ਗੁਰੂ ਸਾਹਿਬਾਨ ਜੀ ਕਹਿੰਦੇ ਨੇ, ਫਿਰ ਜਿਨ੍ਹਾਂ ਦੇ ਅੰਦਰ ਪਰਮਾਤਮਾ, ਜਿਹਨਾਂ ਨੂੰ ਨਾਮ ਹਰੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦਾ ਅੰਤःਕਰਨ ਸੀਤਲ ਠੰਡਾ ਹੋ ਜਾਂਦਾ, ਬਿਲਕੁਲ ਸ਼ਾਂਤ ਵਸੈ। ਸ਼ਾਂਤੀ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦੀ ਹੈ। ਕਿਉਂਕਿ ਹਿਰਦਾ ਕੀ ਹੈ? ਹਿਰਦਾ ਇੱਕ ਤਪਦਾ ਹੋਇਆ ਕੜਾਹੀ ਦੀ ਨਿਆਈ ਹੈ। ਜਿਵੇਂ ਭੱਠੀਆਂ ਦੇ ਉੱਤੇ ਕੜਾਹਾ ਰੱਖਿਆ ਲੋਹਾਂ ਦੇ ਉੱਤੇ, ਅਤੇ ਥੱਲੇ ਅੱਗ ਬਲਦੀ ਹੈ, ਅਤੇ ਉੱਤੇ ਕੜਾਹੇ ਗੁਰੂ ਤਪਦੇ ਨੇ, ਉਹਨਾਂ 'ਚ ਦਾਲ ਸਬਜ਼ੀਆਂ ਗੁਰੂ ਘਰਾਂ ਵਿੱਚ ਬਣਦੀਆਂ, ਉਹ ਸਾਰਾ ਦਿਨ ਤਪਦੇ ਰਹਿੰਦੇ ਨੇ। ਅਤੇ ਜਦੋਂ ਇਸੇ ਤਰ੍ਹਾਂ ਗੁਰੂ ਸਵਾਰਿਓ ਸਾਡਾ ਅੰਤःਕਰਨ ਵੀ ਇੱਕ ਤਰ੍ਹਾਂ ਤਪਦੇ ਕੜਾਹੇ ਦੀ ਨਿਆਈ ਹਨ। ਇਸ ਕੜਾਹੇ ਦੇ ਵਿੱਚ ਥੱਲੇ ਜਿਹੜੀ ਅੱਗ ਬਲ ਰਹੀ ਹੈ, ਉਹ ਵਿਸ਼ਿਆਂ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ, ਉਹ ਹੰਗਤਾ ਮਮਤਾ ਹੰਕਾਰ ਦੇ ਵਿੱਚ ਮਨੁੱਖ ਅਫਰਿਆ ਫਿਰਦਾ ਹੈ।
ਇਹ ਭਾਂਬੜ ਬਲ ਰਹੇ ਹਨ। ਇਸ ਭਾਂਬੜ ਕਰਕੇ ਸਾਡਾ ਜਿਹੜਾ ਅੰਤःਕਰਨ ਰੂਪੀ ਕੜਾਹਾ ਹੈ ਉਹ ਸ਼ਾਂਤ ਨਹੀਂ ਹੋ ਰਿਹਾ। ਤੇ ਪਾਤਸ਼ਾਹ ਜੀ ਫਿਰ ਇਹ ਸ਼ਾਂਤ ਕਿਵੇਂ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਜਦੋਂ ਹਰੀ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ ਨਾ, ਹਰੀ ਦਾ ਨਾਮ ਇੰਨਾ ਠੰਡਾ ਹੈ ਕਿ ਤੇਰੇ ਅੰਤःਕਰਨ ਨੂੰ ਬਿਲਕੁਲ ਸ਼ਾਂਤ ਕਰ ਦੇਵੇਗਾ। ਗੁਰਬਾਣੀ ਨੇ ਫੈਸਲਾ ਕਰਤਾ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਜਦੋਂ ਮਾਲਕ ਨੇ ਠੰਡਾ ਠਾਰ ਨਾਮ ਦਿੱਤਾ ਤੇ ਉਦੋਂ ਤਪਦਾ ਹੋਇਆ ਅੰਤःਕਰਨ ਵੀ ਕੜਾਹਾ ਬੁਝ ਗਿਆ, ਸ਼ਾਂਤ ਹੋ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਨੇ ਕਲ ਤਾਤੀ ਠਾਢਾ ਹਰਨਾਮ, ਕਲ ਤਾਟੀ ਠਾਢਾ ਹਰਨਾਮ, ਕਲਯੁਗ ਤੱਤਾ। ਤੇ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਬੜਾ ਠੰਡਾ ਹੈ, ਸੀਤਲ ਹੈ, ਸੀਤਲਤਾ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਅੰਤਰ ਸੀਤਲ ਸ਼ਾਂਤ ਵਸੈ। ਜਿਨ੍ਹਾਂ ਦੇ ਅੰਦਰ ਨਾਮ ਜਪ ਕੇ, ਸਤਿਗੁਰੂ ਜੀ ਕਹਿੰਦੇ ਨਾਮ ਜਪ ਕੇ ਅੰਦਰ ਸੀਤਲ ਠੰਡਾ ਠਾਰ ਹੋ ਜਾਂਦਾ ਤੇ ਜੀਵ ਨੂੰ ਸ਼ਾਂਤੀ ਮਿਲਦੀ ਹੈ। ਜਪ ਹਿਰਦੈ ਸਦਾ ਸੁਖ ਹੋਏ। ਇਹ ਭਾਈ ਉਸ ਮਾਲਕ ਨੂੰ ਤੂੰ ਨਾ ਜਪਣਾ ਕਰ, ਉਸ ਮਾਲਕ ਦੀ ਬੰਦਗੀ ਕਰ, ਤੈਨੂੰ ਫਿਰ ਸਦੀਵੀ ਕਾਲ ਲਈ ਹਿਰਦੇ ਸੁਖ ਪ੍ਰਾਪਤ ਹੋਵੇਗਾ। ਹੁਣ ਗੁਰਬਾਣੀ ਨੇ ਇੱਥੇ ਤੱਕ ਫੈਸਲਾ ਕਰਤਾ। ਪਾਤਸ਼ਾਹ ਕਹਿੰਦੇ ਨੇ ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿ ਚੰਦਨ ਜਿਹੜੀ ਹੈ, ਚੰਦਨ ਦੀ ਲੱਕੜ ਇਹ ਠੰਡੀ ਮੰਨੀ ਗਈ ਹੈ ਤੇ ਚੰਦਨ ਠੰਡਾ। ਸਰਦ ਰੁੱਤ ਵਿੱਚ ਬਰਫ਼ ਪੈਂਦੀ ਹੈ, ਬਰਫ਼ ਪੈਣ ਨਾਲ ਫਿਰ ਸਰਦੀ ਹੁੰਦੀ ਹੈ। ਤੇ ਜੇ ਜੀਵ ਸੋਚੇ ਕਿ ਇਹਨਾਂ ਦੇ ਨਾਹੀਂ ਗੁਰੂ ਸਾਹਿਬ ਬਾਹਰ ਜਿਹੜੀ ਤਪਸ਼ ਹੈ ਉਹ ਤਾਂ ਆਪਾਂ ਦੂਰ ਕਰ ਸਕਦੇ ਹਾਂ। ਗਰਮੀ ਦੀ ਰੁੱਤ ਹੈ, ਪੱਖਾ ਚਲਾਇਆ ਤੇ ਗਰਮੀ ਦੂਰ ਹੋ ਗਈ, ਬਾਹਰ ਸਰੀਰ ਨੂੰ ਸਕੂਨ ਮਿਲ ਗਿਆ। ਏਸੀ ਚਲਾਇਆ, ਸਰੀਰ ਸਾਡਾ ਠੰਡਾ ਠਾਰ ਹੋ ਗਿਆ। ਇਹ ਤਾਂ ਬਾਹਰੋਂ ਠੰਡਾ ਹੋਇਆ, ਪਰ ਗੱਲ ਤਾਂ ਅੰਦਰ ਦੀ ਠੰਡੇ ਦੀ ਹੈ। ਹੁਣ ਜਿਹਦੇ ਕੋਲ ਪਰਮਾਤਮਾ ਦਾ ਨਾਮ ਜਿਹੜਾ ਹਰ ਸਮੇਂ ਤ੍ਰਿਸ਼ਨਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਸੜਦਾ ਹੈ, ਚਾਹੇ ਉਹ ਜੰਮੂ ਕਸ਼ਮੀਰ ਵੱਲ ਗੁਰੂ ਸਵਾਰੇ ਬਰਫੀਲੇ ਇਲਾਕੇ ਵਿੱਚ ਜਾ ਕੇ ਆਪਣਾ ਰਹਿਣ ਬਸੇਰਾ ਕਰ ਲਵੇ, ਬਾਹਰੋਂ ਤਾਂ ਉਹਦੀ ਬੇਖ ਠੰਡਕ ਮਹਿਸੂਸ ਹੋਵੇਗੀ ਪਰ ਅੰਦਰੋਂ ਉਹ ਤਪਦਾ ਰਹੇਗਾ। ਚਾਹੇ ਏਅਰ ਕੰਡੀਸ਼ਨ ਕਮਰਿਆਂ ਵਿੱਚ, ਏਸੀ ਵਾਲੇ ਰੂਮਾਂ ਵਿੱਚ ਬੈਠ ਸਾਰਾ ਦਿਨ 24 ਘੰਟੇ ਬੈਠਾ ਰਹੇ ਤੇ ਅੰਦਰੋਂ ਤਾਂ ਗੁਰੂ ਸਵਾਰੇ, ਬਾਹਰੋਂ ਤਾਂ ਠੰਡਾ ਹੋ ਜਾਵੇਗਾ ਪਰ ਅੰਦਰੋਂ ਤਪਦਾ ਰਹੇਗਾ। ਤੇ ਅੰਦਰ ਨੂੰ ਸ਼ਾਂਤੀ ਦੇਣ ਵਾਸਤੇ ਤੇ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ। ਸਤਿਗੁਰੂ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦਾ ਨਾਮ ਜਪ ਕੇ ਹੀ ਕਹਿੰਦੇ ਭਾਈ ਤੇਰਾ ਅੰਤःਕਰਨ ਹਿਰਦਾ ਤੇਰਾ ਠੰਡਾ ਹੋ ਸਕਦਾ ਹੈ। ਇਸ ਕਰਕੇ ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਕਹਿੰਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਤੇ ਤੈਨੂੰ ਸਦੀਵੀ ਕਾਲ ਦਾ ਫਿਰ ਸੁਖ ਪ੍ਰਾਪਤ ਹੋਵੇਗਾ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਪ੍ਰਭੂ ਦੇ ਜਿਹੜੇ ਪਿਆਰੇ ਨੇ ਨਾ, ਉਹ ਨਾਮ ਰੂਪੀ ਅੰਮ੍ਰਿਤ ਭੋਜਨ ਹੀ ਖਾਂਦੇ ਹਨ, ਨਾਮ ਰੂਪੀ ਬਸਤਰ ਹੀ ਪਹਿਨਦੇ ਹਨ। ਤੇ ਜਿਵੇਂ ਕਿਉਂਕਿ ਪ੍ਰਤੱਖ ਤੌਰ 'ਤੇ ਤਾਂ ਪ੍ਰਭੂ ਦਾ ਪਿਆਰਾ ਭੋਜਨ ਛਕਦਾ, ਪ੍ਰਸ਼ਾਦਾ ਛਕਦਾ ਹੈ, ਗੁਰਸਿੱਖ ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਫਿਰ ਗੁਰਸਿੱਖ ਅਰਦਾਸ ਬੇਨਤੀ ਕਰਦਾ ਹੈ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸਈ ਖਾਹੇ। ਆਪਣੇ ਗੁਰੂ ਨੂੰ ਚੇਤੇ ਕਰਦਾ। ਜਦੋਂ ਗੁਰਸਿੱਖ ਇਹ ਸ਼ਲੋਕ ਪੜ੍ਹ ਕੇ ਅਰਦਾਸ ਕਰਕੇ ਮੁੱਖ ਵਿੱਚ ਗਰਾਹੀ ਪਾਉਂਦਾ ਹੈ
ਉਹ ਭੋਜਨ ਫਿਰ ਉਹਦੇ ਲਈ ਅੰਮ੍ਰਿਤ ਬਣ ਜਾਂਦਾ ਹੈ। ਅਤੇ ਇਸੇ ਤਰ੍ਹਾਂ ਗੁਰੂ ਸਵਾਰ ਜਦੋਂ ਵਸਤਰ ਪਹਿਨਣਾ, ਜੇ ਪ੍ਰਸਾਦ ਪਾਟ ਪਟੰਬਰ ਹੰਢਾਵੈ, ਜਦੋਂ ਵਸਤਰ ਪਹਿਨਣਾ, ਵਸਤਰ ਪਹਿਨਣ ਲਈ ਚੰਗੇ ਸੋਹਣੇ ਵਸਤਰ ਪਹਿਨ ਲਏ ਅਤੇ ਉਦੋਂ ਪ੍ਰਭੂ ਦਾ ਪਿਆਰਾ ਆਪਣੇ ਮਾਲਕ ਨੂੰ ਚੇਤੇ ਕਰਦਾ ਕਿ ਮੇਰੇ ਮਾਲਕਾ ਤੇਰਾ ਧੰਨਵਾਦ ਹੈ, ਤੈਂ ਮੈਨੂੰ ਤਨ ਢੱਕਣ ਦੇ ਲਈ ਇਹ ਕੀਮਤਨ ਵਸਤਰ, ਵਧੀਆ ਵਸਤਰ ਦੇਣਾ ਕੀਤੇ ਨੇ। ਅਤੇ ਇਸ ਸੰਸਾਰ ਵਿੱਚ ਇਹੋ ਜਿਹੇ ਜੀਵ ਵੀ ਹਨ ਜਿਨ੍ਹਾਂ ਕੋਲ ਆਪਣੇ ਤਨ ਢੱਕਣ ਨੂੰ ਵਸਤਰ ਹੈ ਹੀ ਨਹੀਂ ਹਨ। ਤਨ ਢੱਕਣ ਲਈ ਵਸਤਰ ਨਹੀਂ ਹਨ, ਖਾਣ ਲਈ ਭੋਜਨ ਨਹੀਂ ਮਿਲਦਾ ਹੈ। ਅਤੇ ਪ੍ਰਭੂ ਦਾ ਪਿਆਰਾ ਫਿਰ ਆਪਣੇ ਮਾਲਕ ਨੂੰ ਯਾਦ ਕਰਕੇ ਅਰਦਾਸਾਂ ਬੇਨਤੀਆਂ ਕਰਦਾ ਹੈ। ਫਿਰ ਉਹਦਾ ਪਹਿਨਿਆ ਹੋਇਆ ਵੀ ਅੰਮ੍ਰਿਤ ਬਣ ਜਾਂਦਾ, ਖਾਧਾ ਹੋਇਆ ਭੋਜਨ ਉਹਦੇ ਲਈ ਅੰਮ੍ਰਿਤ ਬਣ ਜਾਂਦਾ ਹੈ। ਅਤੇ ਸਤਿਗੁਰੂ ਜੀ ਬਚਨ ਕਰਦੇ ਹਨ, ਨਾਨਕ ਨਾਮ ਵਡਾਈ ਹੋਏ, ਕਿ ਇਸ ਤਰ੍ਹਾਂ ਨਾਮ ਜਪ ਕੇ ਹੀ ਕਹਿੰਦੇ ਉਹਨਾਂ ਨੂੰ ਵਡਿਆਈ ਮਿਲਦੀ ਹੈ, ਸਨਮਾਨ ਮਿਲਦਾ ਹੈ, ਉਹ ਸਤਿਕਾਰੇ ਜਾਂਦੇ ਹਨ। ਬਾਲਾ ਪ੍ਰੀਤਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਅੱਜ ਆਪਾਂ ਜੋਤੀ ਜੋਤ ਸਮਾਉਣ ਦਾ ਦਿਵਸ ਦਿਹਾੜਾ ਮਨਾ ਰਹੇ ਹਾਂ। ਅਤੇ ਇਸੇ ਤਰ੍ਹਾਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਦਿਹਾੜਾ ਵੀ ਨਾਲ ਮਨਾਇਆ ਜਾ ਰਿਹਾ ਹੈ। ਜਦੋਂ ਆਪਾਂ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਵਨ ਪੜ੍ਹਦੇ ਹਾਂ, ਜੀਵਨ ਆਰਜੂ ਬੜੀ ਛੋਟੀ ਹੈ, ਸਰੀਰਕ ਆਰਜੂ, ਕਿਉਂਕਿ 56 ਦੇ ਵਿੱਚ ਸਤਿਗੁਰੂ ਦਾ ਪ੍ਰਕਾਸ਼ ਹੁੰਦਾ, 61 ਵਿੱਚ ਸਤਿਗੁਰੂ ਨੂੰ ਗੁਰਗੱਦੀ ਪ੍ਰਾਪਤ ਹੁੰਦੀ ਹੈ, ਅਤੇ 64 ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾ ਜਾਂਦੇ ਨੇ। ਪਰ ਜਿਹੜੇ 8 ਸਾਲ ਦੀ ਉਮਰ ਦੇ ਵਿੱਚ, ਪੌਣੇ ਕੁ 8 ਸਾਲ ਦੀ ਉਮਰ ਬਣਦੀ ਹੈ, ਇੰਨੀ ਉਮਰ ਜਿਹੜੇ ਕਾਰਨਾਮੇ ਕੀਤੇ ਨੇ ਉਹ ਅਚਰਜ ਕਰਨ ਵਾਲੇ ਹਨ। ਵੱਡੇ ਵੱਡੇ ਜਿਹੜੇ ਬਜ਼ੁਰਗ ਲੋਕ ਨੇ, ਜਿਨ੍ਹਾਂ ਦੀਆਂ 100 ਸਾਲ ਦੀਆਂ ਉਮਰਾਂ ਨੇ, ਉਹ ਵੀ ਇਹੋ ਜਿਹੇ ਕਾਰਨਾਮੇ ਨਹੀਂ ਕਰ ਸਕਦੇ ਹਨ। ਇਤਿਹਾਸ ਤੋਂ ਆਪ ਜੀ ਭਲੀ ਪਤ ਜਾਣੂ ਹੋ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਧਰਤੀ, ਜਿੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਹੈ, ਉਸ ਪਾਵਨ ਅਸਥਾਨ ਵਿਖੇ 7ਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਤਿਗੁਰੂ ਜੀ 1656 ਦੇ ਵਿੱਚ ਪਾਤਸ਼ਾਹ ਜੀ ਦਾ ਸੰਸਾਰ ਵਿੱਚ ਆਗਮਨ ਹੋਇਆ। ਜਦੋਂ ਬਾਲਾ ਪ੍ਰੀਤਮ ਜੀ ਦਾ ਪ੍ਰਕਾਸ਼ ਹੋਇਆ ਅਤੇ ਉਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਇਹ ਖਬਰ ਪਹੁੰਚੀ ਹੈ, ਕਿਉਂਕਿ ਪਹਿਲਾਂ ਵੱਡਾ ਸਪੁੱਤਰ ਘਰ ਦੇ ਵਿੱਚ ਹੈ। ਰਾਮ ਰਾਏ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਸਰੀਰਕ ਤੌਰ 'ਤੇ ਉਮਰ ਵਿੱਚ ਕਾਫੀ ਵੱਡੇ ਹਨ। ਖਬਰ ਪਹੁੰਚੀ ਕਿ ਪਾਤਸ਼ਾਹ ਜੀ ਆਪ ਜੀ ਨੂੰ ਵਧਾਈਆਂ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਉਸ ਸਮੇਂ ਸਾਹਿਬਜ਼ਾਦੇ ਨੂੰ ਆਪਣੀ ਗੋਦ ਵਿੱਚ ਲਿਆ, ਸੀਸ ਉੱਤੇ ਹੱਥ ਫੇਰਿਆ ਅਤੇ ਪਾਤਸ਼ਾਹ ਨਾਮਕਰਨ ਕਰਨ ਦੀ ਵਾਰੀ ਆਈ। ਅਤੇ ਪਾਤਸ਼ਾਹ ਦਾ ਇੰਨਾ ਸਨੇਹ ਸੀ, ਕਿਉਂਕਿ ਜਦੋਂ ਆਪਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨਾਮ ਪੜ੍ਹਦੇ ਹਾਂ, ਸੁਣਦੇ ਹਾਂ, ਅਤੇ ਮਾਤਾ ਕ੍ਰਿਸ਼ਨ ਕੌਰ ਦਾ ਨਾਮ ਸੀ ਮਾਤਾ ਕ੍ਰਿਸ਼ਨ। ਅਤੇ ਇਸੇ ਤਰ੍ਹਾਂ ਸਤਿਗੁਰੂ ਨੇ ਅੱਧਾ ਅੱਖਰ ਆਪਣਾ ਹਰੀ ਲੈਣਾ ਕੀਤਾ ਅਤੇ ਅੱਧਾ ਅੱਖਰ ਮਾਤਾ ਦਾ ਲੈਣਾ ਕੀਤਾ ਅਤੇ ਨਾਮ ਰੱਖ ਦਿੱਤਾ ਹਰਿਕ੍ਰਿਸ਼ਨ ਸਾਹਿਬ ਜੀ। ਜਦੋਂ ਇਤਿਹਾਸ ਪੜ੍ਹਦੇ ਹਾਂ ਕਿ ਮਾਤਾ ਕ੍ਰਿਸ਼ਨ ਕੌਰ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ, ਜਦੋਂ ਇਹ ਨਿਸ਼ਾਨੀਆਂ ਪ੍ਰਾਪਤ ਹੋਈਆਂ ਕਿ ਬੱਚੇ ਦਾ ਸਰੀਰ ਜਿਹੜਾ ਹੈ ਗਰਭ ਵਿੱਚ ਬਣ ਰਿਹਾ ਹੈ, ਅਤੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਬੜੀ ਬੰਦਗੀ ਕੀਤੀ, ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਨਾਮ ਬਾਣੀ ਦਾ ਅਭਿਆਸ ਕਰਨਾ। ਫਿਰ ਜਿੰਨੀਆਂ ਵੀ ਸੰਗਤਾਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਉਂਦੀਆਂ ਹਨ, ਉਹਨਾਂ ਸੰਗਤਾਂ ਲਈ ਫਿਰ ਗੁਰੂ ਸਵਾਰੇ ਲੰਗਰਾਂ ਵਿੱਚ ਜਾ ਕੇ ਪ੍ਰਸ਼ਾਦਾ ਇਤਿਆਦਿਕ ਤਿਆਰ ਕਰਨਾ।
हर सेवा विच माता जी तत्पर हुंदे सन। उन्हां दी टहल सेवा नूं देखदियां होइयां गरीब निवाज पातशाह ने उन्हां दे नाम दा इस्तेमाल कीता ते नाम रख दिता श्री हरकृष्ण साहब महाराज। जदों इस तरह बचपन दे विच अपने पिता गुरु की देख रेख विच सारी पालना पोषणा हो रही है, जो समा आया गुरु सवारियो सन 1661 का, उस तो पहलां जिहड़ियां कीरतपुर साहिब घटनावां वापरीਆਂ ने वह चर्च करन वालियां हन। जदों बादशाह औरंगजेब ने अपने एहलकार भेजे कीरतपुर साहिब की धरती ते कि गुरु हरराय साहब महाराज दिल्ली की धरती ते आउण, इत्थे आके मैनू करामात दिखावे, ते सतगुरु गुरु हरराय साहब महाराज ने बचन कीते सी कि साडे दादा गुरु दे ये बचन हन कि नह तुर को दर्शन दै है, नह तुर के दर्शन लै है। तो उदों सतगुरु जी जड़े सियाणे सिख सन, सिखां कोल सतगुरु बैठे ने, सलाह मशवरा हो रहा है। इन्ने चिर बाबा राम राय जी आए ने। बाबा राम राय ने पुछया, कहन लगे पिता गुरु जी की गल है? चुप दा शरनाटा छाया होया, कोई बचन बिलास नहीं हो रहे हैं, कादी चिंता है? तो कहन लगे पुत्र, औरंगजेब बादशाह ने दिल्ली की धरती ते सानू सदना किया है, पर असी ये वादा कर चुके हैं दादा गुरु जी दे नाल कि ना तुरक दे दर्शन करने, ना तुरक नूं दर्शन देने हैं। पर वो सानू कह रहा करामात दिखावो। तो राम राय जी ने गुरु सरगो आख्या, कहन लगे कि पिता गुरु जी तुसी नहीं जा सकते, मैं जाता हाँ, आप जी मेरे उत्ते बख्शिश करो, मैं बादशाह औरंगजेब के सारे सवालों का जवाब भी देवांगा, लोड़ पैण ते उन्होंने करामात भी दिखावांगा। कहते ने इस प्रकार राम राय जी अपने पिता गुरु गुरु हरराय साहब महाराज तो आग्ञा प्राप्त करके दिल्ली की धरती उत्ते जानू चाले पाए तुरन लगे ने। ते पातशाह ने बचन कीते, कहन लगे पुत्र राम राय, बादशाह जहांगीर दे राज भाग नूं देख के तू डोलना नहीं है, तैनूं जिहड़ा भी सवाल करे बेझिझक को उत्तर देना है। गुरु नानक साहब महाराज दे रसना उत्ते बस बसणगे। ये बचन कीते। पर जदों राम राय गुरु साहब दिल्ली की धरती ते गया, इतिहासकारां मुताबक कहते ने छोटियां ते वड्डियां 72 करामातां लिखना कीतियां ने कि 72 करामातां बेफजूल ही बादशाह औरंगजेब नूं खुश करन वास्ते राम राय ने दिखाना कीतियां। काजी मुलाने सारे झूठे पै गए। इत्थों तक सतगुरु महाराज ने जदों औरंगजेब बादशाह दे जो काजी मुलाने कोई पेशनी चल रही सी, तो उन्होंने गुरु नानक साहब महाराज की पंक्ति याद आई जिस लिखिया कि मिट्टी मुसलमान की पेड़ा पे घुमियार, घड़ भांडे ईटा कीया जल्दी करे पुकार। आसा की वार विच ये पंक्ति है। कहते ने उस समय सवाल कर दिता जो औरंगजेब बादशाह कचहरी राम राय पहुंचे, कहन लगे देखो जी तुहाडे बड़े गुरु नानक पातशाह ने मिट्टी मुसलमान की आखना कीता, ते औरंगजेब बादशाह नूं खुश रखने वास्ते राम राय इत्थे गुरु सरे झूठ बोल पिया। कहन लग्या नहीं बादशाह ये गलत लिखिया होया, मिट्टी मुसलमान की नहीं मिट्टी बेईमान की है। बस इन्ने वचन करन दी देरी सी। दिल्ली दीयां संगतां नूं पता लग्या। दिल्ली दीयां संगतां ने कीरतपुर साहिब वाल नूं पत्रिका भेज दित्ती कि पातशाह आप जी दे साहिबजादे राम राय जी ने बाणी की पंक्ति बदल दिती है। तो जदों सतगुरु नूं पता लग्या राम राय गुरु सवारियो औरंगजेब बादशाह तो मिल के नूं वापस जदों कीरतपुर साहिब वाल नूं आ रहा है, रोपड़ हाले रोपड़ कोल पहुंचिया सी, ते गुरु पातशाह ने बचन कायद कर दिते। कहन लगे राम राय नूं जाके कह दिओ कि साडे मत्थे ना लगे, जिधरले पासों दा मुख है उधरले पासों नूं चलिया जावे,
ਅੱਜ तो बाद साडा राम राय नाल कोई वास्ता नहीं है। देखो ये सतगुरु ने सानू दृढ़ कराया है कि गुरु नानक की जिहड़ी सतगुरां दी बाणी है, बाणी नाल कोई छेड़छाड़ नहीं कर सकता। बेशक साडे साहिबजादे ने छेड़छाड़ की है, साहिबजादे ने मुखों पंक्ति बदलने की कोशिश की है, तो असी साहिबजादे नूं सਦੀवी काल लई अपने पंथ चों छेक दिता है। इस करके किसी नूं अधिकार नहीं है कि गुरां दी बाणी नाल कोई छेड़छाड़ जिस तरह विच मिलाण दी कोशिश करे। तो गुरु सवारे राम राय बेमुख होया, तो गुरु हरराय साहब महाराज ने अपना अंतिम समा जान के 1661 ईस्वी नूं कीरतपुर साहिब की धरती ते बाला प्रीतम श्री गुरु हरकृष्ण साहब महाराज नूं गुरता गद्दी की बख्शिश की है। गुरगद्दी उत्ते सतगुरु विराजमान होए ते आप सतगुरु ज्योति जो समाए हैं। जो पातशाह जी ज्योति जो समा गए, उस तो बाद तकरीबन 5 कुछ साल की पातशाह की उम्र है, तो सतगुरु गुरता गद्दी उत्ते विराजमान ने। बहुत सारिया संगतां देशां विदेशां चल के आउंदियां ने, आके नतमस्तक हो रही हैं। तो कई शंका भी करते हैं कि छोटा जिहा बच्चा गुरु बन गया, इंज किवें हो सकता? 5 साढ़े 5 साल का बच्चा गुरु नानक की गद्दी का वारस, गुरु नानक की गद्दी नूं किवें कोई छोटा जिहा बच्चा किवें संभाल सकता? है तो बच्चियां वालियां गल्लां ने। जिवें शेख शादी जा रहे सन, कहंदे ने उन्हां अपने नाल अपना एक बकरा लैना कीता, नाल उहदे मुर्गा ले आए, नहीं खोता लैना कीता ते खोता दे नाल मुर्गा लैना कीता। हुण रास्ते में तुरे जा रहे हैं, तुरे जांदियां भुख लग गई, जदों अपने जेब विच हथ मारिया कि देखिया 1 पैसा। हुण 1 पैसे दे नाल गुरु सवारे ना तां एक बंदे का गुजरान होना, जां तां अपने खोते नूं कुछ छका देवे, जां अपने मुर्गे नूं कुछ दाणा इत्यादक लैके पा देवे, जां अपने लिए भोजन छकना करे। हुण शेख शादी जी विचार करते हैं कि किनू मैं की करना करा, तिन्नां नूं भुख लगी है, मेरे मुर्गा भी भुखा है, खोता भी भुखा है, मैं भी भुखा हाँ। जे मैं कल्ला कल्ले ने खाना कीता फिर ये नाइंसाफी होवेगी। कहते इस तरह विचारां कर रहे आ। 2 दिन लंघ के भुखियां नूं सफ़र करते जा रहे ने। रस्ते में एक छोटा जिहा बच्चा 4-5 साल का बच्चा मिलिया। शेख शादी नूं पुछिया, कहन लग्या बाबा की गल है, तेरे चेहरे तो पता लगदा तू बड़ी चिंता दे विच है, तू दुखी है। ते अगों शेख शादी आखन लग्या, कहन लग्या कि बेटा हाँ मैं दुखी हाँ, दुख का कारण है मेरी भुख। मेरे को 1 अन्ना 1 पैसा है, ते खाण वाले आपां 3 हाँ। जे 1 आने का मैं भोजन खाधा, मेरा मुर्गा भी भुखा रहेगा, तो मेरा जिहड़ा इस तरह खोता ही भुखा रहेगा। फिर ये चंगी गल नहीं। मैं सोचदा किवें रोटी खिलाना करना, किवें इन्हूं भोजन छकावां। तो बच्चा कहन लग्या कि बाबा जी कहते ये तो बड़ा सौखा तरीका है, 1 आने नूं तुसीं 3 रज सकदे हो। कहन लगे वो किवें? कहन लग्या कि इस 1 आने का 1 पैसे का तुसीं खरबूजा लेना करो। खरबूजा लवो, खरबूजा लैके जिहड़ा खरबूजा आप छकना करो। खरबूजे के बीज जिहड़े ने वो मुर्गे नूं पाना करो, जिहड़े छिल्लड़ ने वो खोते नूं पाना करो, तुहाडी तिन्नां दी तृप्ति हो जाएगी। शेख शादी सुन के हैरान हो गया कि मैनू 2 दिन हो गए ने विचारां करदिआं नूं कि मैं किवें इन्हां दी भुख मिटना करा, पर तैं ए बेटा छोटे जे बच्चे ने मैंने इन्ना ज्ञान करा दिता कि तेन मेरा जिहड़ा मसला ही हल कर दिता है। तो गल की है गुरु सवारिओ, इस प्रकार गुरु हरकृष्ण साहब महाराज नूं आपां जिहड़े अशरदक लोग ने कहंदे वो छोटा जिहा बच्चा सी, बच्चे नूं की पता है, उदों इहो जिहियां गल्लां बातां करदे सन। 5.5 साल की उम्र ते सतगुरु गद्दी उत्ते विराजमान ने, तो बहुत सारे लोगों ने शंका भी कीतियां ने
ਇੱਥੋਂ ਤੱਕ ਜਿਹੜਾ ਕੀਰਤਪੁਰ ਸਾਹਿਬ ਦਾ ਨਗਰ ਹੈ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਅੱਜ ਵੀ ਜਦੋਂ ਆਪਾਂ ਦੇਖਦੇ ਹਾਂ ਉੱਥੇ ਆਲੇ ਦੁਆਲੇ ਹਿੰਦੂ ਲੋਕਾਂ ਦੇ ਬਹੁਤ ਸਾਰੇ ਘਰ ਬਣੇ ਹੋਏ ਨੇ, ਬਾਹਮਣ ਲੋਕਾਂ ਦੇ ਘਰ ਨੇ। ਤੇ ਉਹ ਲੋਕ ਅੱਜ ਵੀ ਉਦੋਂ ਸ਼ੰਕਾ ਕਰਦੇ ਸਨ ਕਿ ਇਹ ਛੋਟਾ ਜਿਹਾ ਬੱਚਾ ਬਾਲਾ ਪ੍ਰੀਤਮ ਸ਼੍ਰੀ ਹਰਿਕ੍ਰਿਸ਼ਨ ਦੇ ਗੱਦੀ ਉੱਤੇ ਬਿਰਾਜਮਾਨ ਹੋ ਗਏ ਨੇ, ਇਹਨਾਂ ਵਿੱਚ ਕਰਾਮਾਤ ਹੈ ਵੀ ਕਿ ਨਹੀਂ ਹੈ, ਆਪਾਂ ਪਰਖ ਕਰੀਏ। ਕਹਿੰਦੇ ਨੇ ਇੱਕ ਬ੍ਰਾਹਮਣ ਨੂੰ ਕੋਹੜ ਦਾ ਰੋਗ ਹੋ ਗਿਆ। ਬ੍ਰਾਹਮਣ ਕੋਹੜ ਦੇ ਰੋਗ ਨਾਲ ਹਾਏ ਹਾਏ ਕਰਦਾ ਹੈ, ਬੜਾ ਇਲਾਜ ਕਰਾਇਆ, ਉਹਦਾ ਇਲਾਜ ਠੀਕ ਨਹੀਂ ਹੋਇਆ, ਰੋਗ ਠੀਕ ਨਹੀਂ ਹੋਇਆ। ਤੇ ਕਹਿਣ ਲੱਗੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਇੱਧਰਲੇ ਪਾਸੋਂ ਪਾਲਕੀ ਆਵੇਗੀ ਤੇ ਪਾਲਕੀ ਵੀ ਸਤਿਗੁਰੂ ਬਿਰਾਜਮਾਨ ਹੋਣਗੇ। ਬ੍ਰਾਹਮਣ ਨੂੰ ਸਿਖਾ ਦਿੱਤਾ ਕਿ ਰਸਤੇ ਵਿੱਚ ਤੁਸੀਂ ਲਿਟਣਾ ਕਰੋ, ਜੋ ਸਤਿਗੁਰੂ ਜੀ ਪਾਲਕੀ ਰੋਕਣਗੇ ਬਾਹਰ ਨਿਕਲਣਗੇ। ਜੇ ਤਾਂ ਸਤਿਗੁਰੂ ਨੇ ਤੁਹਾਨੂੰ ਠੀਕ ਕਰ ਦਿੱਤਾ ਫਿਰ ਅਸੀਂ ਸਤਿਗੁਰੂ ਨੂੰ ਗੁਰੂ ਮੰਨ ਲਵਾਂਗੇ, ਨਾਲੇ ਸਾਡਾ ਬ੍ਰਾਹਮਣ ਭਾਅ ਠੀਕ ਹੋ ਜਾਵੇਗਾ। ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਜਦੋਂ ਸਤਿਗੁਰੂ ਮਹਾਰਾਜ ਆ ਰਹੇ ਨੇ, ਇਹ ਬ੍ਰਾਹਮਣ ਸਾਹਮਣੇ ਪਾਲਕੀ ਦੇ ਅੱਗੇ ਪੈ ਗਿਆ, ਹਾਏ ਹਾਏ ਕਰਨ ਲੱਗ ਪਿਆ। ਜਦੋਂ ਪਾਲਕੀ ਰੁਕੀ ਹੈ ਤੇ ਪਾਤਸ਼ਾਹ ਨੇ ਦੇਖਿਆ, ਪਾਤਸ਼ਾਹ ਜੀ ਬਾਹਰ ਨਿਕਲੇ ਤੇ ਚੋਜੀ ਪ੍ਰੀਤਮ ਪਾਤਸ਼ਾਹ ਮਹਾਰਾਜ ਨੇ ਕਰ ਕਮਲਾਂ ਵਿੱਚ ਰੁਮਾਲ ਸੀ, ਇੱਕ ਹੱਥ ਸੱਜੇ ਆ ਛੜੀ ਪਕੜੀ ਹੋਈ ਹੈ। ਸਤਿਗੁਰੂ ਉਸ ਬ੍ਰਾਹਮਣ ਦੇ ਕੋਲ ਆਏ ਤੇ ਪਾਤਸ਼ਾਹ ਨੇ ਉਹ ਜਿਹੜਾ ਰੁਮਾਲ ਸੀ ਸਰੀਰ ਉੱਤੇ ਫੇਰਨਾ ਕੀਤਾ, ਉਹਦੀ ਸਾਰੀ ਪੀੜਾ ਦੂਰ ਹੋ ਗਈ ਤੇ ਬ੍ਰਾਹਮਣ ਤੰਦਰੁਸਤ ਹੋਇਆ, ਨਰੋਆ ਹੋਇਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਨ ਲੱਗਿਆ। ਤੇ ਇਸ ਪ੍ਰਕਾਰ ਕੀਰਤਪੁਰ ਸਾਹਿਬ ਦੇ ਜਿਹੜੇ ਰਹਿਣ ਵਾਲੇ ਲੋਕ ਸੀ ਨਾ, ਉਹਨਾਂ ਦੀ ਸ਼ੰਕਾ ਨਿਵਰਤ ਪਾਤਸ਼ਾਹ ਇਸ ਤਰ੍ਹਾਂ ਕੀਤੀ ਹੈ। ਫਿਰ ਆਪਾਂ ਹੁਣ ਦਿੱਲੀ ਦੀ ਧਰਤੀ ਵੱਲ ਆਈਏ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੈ। ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਗੱਦੀ ਉੱਤੇ ਬਿਰਾਜਮਾਨ ਨੇ, ਆਪਣੇ ਪਿਤਾ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇ ਰਹੇ ਨੇ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਨਹਿ ਮਲੇਸ਼ ਕੇ ਦਰਸ਼ਨ ਲੈ ਹੈ। ਇਹਨਾਂ ਪੰਕਤੀਆਂ ਦੇ ਧਾਰਨੀ ਬਣੇ ਹੋਏ ਨੇ। ਉੱਧਰੋਂ ਗੁਰੂ ਸਾਹਿਬ ਰਾਮ ਰਾਏ ਦਿਨ ਰਾਤ ਸੜਦਾ ਈਰਖਾ ਦੀ ਅੱਗ ਵਿੱਚ ਕਿ ਗੱਦੀ ਦਾ ਮਾਲਕ ਮੈਂ ਬਣਨਾ ਸੀ, ਪਰ ਮੈਨੂੰ ਛੱਡ ਕੇ ਮੇਰੇ ਪਿਤਾ ਗੁਰੂ ਜੀ ਨੇ ਛੋਟੇ ਭਰਾਤਾ ਬਾਲਾ ਪ੍ਰੀਤਮ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਗੱਦੀ ਬਖਸ਼ਿਸ਼ ਕੀਤੀ ਹੈ। ਰਾਮ ਰਾਏ ਦੀ ਔਰੰਗਜ਼ੇਬ ਨਾਲ ਨੇੜਤਾ ਹੋਣ ਕਰਕੇ ਉਹਨੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੱਲੀ ਦੀ ਧਰਤੀ ਉੱਤੇ ਮੇਰੇ ਭਰਾਤਾ ਨੂੰ ਸੱਦੋ। ਜੇ ਮੇਰੇ ਭਰਾਤਾ ਦੇ ਵਿੱਚ, ਜੇ ਮੇਰੇ ਪਿਤਾ ਗੁਰੂ 'ਚ ਇੰਨੀ ਸ਼ਕਤੀ, ਇੰਨੀ ਕਰਾਮਾਤ ਹੈ, ਤੇ ਮੇਰੇ ਭਰਾਤਾ ਵਿੱਚ ਕਿੱਡੀ ਕਰਾਮਾਤ ਹੋਵੇਗੀ। ਤੁਸੀਂ ਮੇਰੀ ਕਰਾਮਾਤ ਦੇਖੀ ਹੈ ਨਾ, ਮੇਰੇ ਭਰਾਤਾ ਦੀ ਕਰਾਮਾਤ ਦੇਖਣਾ ਕਰੋ। ਤੇ ਰਾਮ ਰਾਏ ਦੀ ਇਹ ਵਿਚਾਰ ਸੀ ਕਿ ਜੇਕਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਦੀ ਧਰਤੀ 'ਤੇ ਆਉਂਦੇ ਨੇ ਤੇ ਔਰੰਗਜ਼ੇਬ ਬਾਦਸ਼ਾਹ ਨਾਲ ਮਿਲਾਪ ਹੋਵੇਗਾ ਤੇ ਪਿਤਾ ਗੁਰੂ ਦੇ ਬਚਨ ਜਿਹੜੇ ਕੀਤੇ ਨੇ ਕਿ ਤੁਰ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ, ਨਾ ਮਲੇਸ਼ ਦਰਸ਼ਨ ਕਰਨੇ ਹਨ, ਤੇ ਇਹ ਬਚਨ ਟੁੱਟ ਜਾਵੇਗਾ ਤੇ ਸੰਗਤ ਵਿੱਚ ਮੈਂ ਕਹਿਣ ਜੋਗਾ ਹੋ ਜਾ। ਦੇਖੋ ਜੀ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਗੁਰੂ ਦੇ ਬਚਨਾਂ ਨੂੰ ਕਮਾਣਾ ਨਹੀਂ ਕੀਤਾ, ਇਹ ਚਾਲ ਸੀ। ਤੇ ਉਸ ਸਮੇਂ ਗੁਰੂ ਸਵਾਰਿਓ ਕਹਿੰਦੇ ਨੇ ਜਦੋਂ ਆਪਣੇ ਅਹਿਲਕਾਰ ਭੇਜੇ ਨੇ ਦਿੱਲੀ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਨੂੰ ਕਿ ਤੁਹਾਨੂੰ ਬਾਦਸ਼ਾਹ ਸਲਾਮਤ ਯਾਦ ਕਰਦਾ ਹੈ, ਤੁਸੀਂ ਦਿੱਲੀ ਦੀ ਧਰਤੀ ਕਰਾਮਾਤ ਦਿਖਾਵੋ। ਪਹਿਲਾਂ ਸਤਿਗੁਰੂ ਨੇ ਇਨਕਾਰ ਕੀਤਾ। ਰਾਜਾ ਜੈ ਸਿੰਘ ਸਵਾਈ ਦੇ ਰਾਹੀਂ ਸਤਿਗੁਰੂ ਉੱਥੇ ਪਹੁੰਚੇ ਨੇ। ਫਿਰ ਗੁਰੂ ਸਵਾਰ ਜਦੋਂ ਰਾਜਾ ਜੈ ਸਿੰਘ ਸਵਾਈ ਦੇ ਘਰ ਵਿੱਚ ਵੀ ਕੌਤਕ ਕੀਤੇ ਨੇ। ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕਹਿਣ 'ਤੇ ਹੀ ਕਿ ਸਤਿਗੁਰ ਦੀ ਪਰਖ ਕੀਤੀ ਜਾਵੇ, ਰਾਣੀ ਨੇ ਗੋਲੀਆਂ ਵਾਲੇ ਵਸਤਰ ਪਹਿਨਣਾ ਕੀਤੇ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਗੋਲੀਆਂ ਸਨ ਉਹਨਾਂ ਨੂੰ ਰਾਣੀਆਂ ਵਾਲੇ ਵਸਤਰ ਪਹਿਨਾ ਦਿੱਤੇ ਤੇ ਆਪ ਰਾਣੀ ਦਾਸੀਆਂ ਵਾਂਗ ਥੱਲੇ ਬੈਠੀ ਹੈ ਤੇ ਗੋਲੀਆਂ ਨੂੰ ਸਿੰਘਾਸਣਾ ਉੱਤੇ ਬਿਠਾ ਦਿੱਤਾ ਤੇ ਸਤਿਗੁਰ ਆਪਣੇ ਮੁੱਖ ਕੱਜੇ ਹੋਏ ਨੇ ਤੇ ਪਾਤਸ਼ਾਹ ਜੀ ਕੱਲੇ ਕੱਲੇ ਕੋਲ ਜਾ ਰਹੇ ਨੇ। ਕੱਲੇ ਕੱਲੇ ਸਿਰ ਉੱਤੇ ਛੜੀ ਰੱਖਦੇ ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਜਿਹੜੀ ਗੋਲੀ ਸੀ, ਜਿਹੜੀ ਗੋਲੀਆਂ ਵਾਲੇ, ਜਿਹੜੀ ਰਾਣੀ ਸੀ ਗੋਲੀਆਂ ਵਾਲੇ ਵਸਤਰ ਪਹਿਨ ਕੇ ਬੈਠੀ ਹੋਈ ਸੀ, ਉਹਦੇ ਸਿਰ ਉੱਤੇ ਛੜੀ ਰੱਖੀ ਤੇ ਛੜੀ ਰੱਖ ਕੇ ਕਹਿਣ ਕੁਝ ਸਮੇਂ ਦੇਖਣਾ ਕੀਤਾ। ਪਾਤਸ਼ਾਹ ਕਹਿਣ ਲੱਗੇ ਇਹ ਹੈ ਰਾਣੀ। ਨਾਲੇ ਪਾਤਸ਼ਾਹ ਗੋਦ ਵਿੱਚ ਜਾ ਕੇ ਬੈਠ ਗਏ। ਸ਼ੰਕਾ ਨਿਵਰਤ ਹੋਈ
औरंगजेब बादशाह की परख भी हुई है ते राणी दी ते राजा जय सिंह सवाई की शरधा भावना होर ज़्यादा वधी है। फिर गुरु सवारे इत्थों तक इतिहास में यह भी लिखिया होया है, कहते ने औरंगजेब बादशाह ने बड़े बड़े अहलकार भेजना कीते कि मैं गुरु हरकृष्ण साहब महाराज दर्शन दारे करने हैं, पर सतगुरु जी इनकार करते रहे। इत्थों तक कहते ने फिर सतगुरु महाराज के चरणों च बेनती की कि मैं कुछ लिख के देना करो, जे तुसीं मैनूं दर्शन दीदारे नहीं देने हैं, कुछ लिख के दवो ताकि मेरी उन्होंने पढ़ के तसल्ली हो जाए। फिर गुरु नानक साहब महाराज का एक शब्द धन गुरु हरकृष्ण साहब महाराज ने अपने कर कबला लिखना किया, तो जोड़ा औरंगजेब बादशाह नूं लिख के भेजिया तो उन्होंने शब्द रूपी तीर राही समझाना किया। तो गुरु सवारिओ अपने ਜਿਹੜੇ प्रण किया होया सी कि वो तुरक नूं दर्शन नहीं देने, ना तुरक के दर्शन करने हैं, उन्होंने निभाना किया। फिर इहो जिहा समा भी आए दिल्ली की धरती के उत्ते कि दिल्ली की धरती उत्ते चेचक की बीमारी फैली। चेचक की बीमारी के नाल निता प्रति बहुत सारिया मौतां होण लगियां, ते संगतां फिर सतगुरु महाराज के कोल आके फरियाद करदियां, बेनतियां करदियां कि पातशाह जी किरपा करो, साडे इस दुख की आप जी निवृत्ति करना करो। तो जदों आपां बंगला साहिब की धरती ते जांदे हां तो बाहर चपच्चा बनया होया, तो अज भी उत्थे जल दिता जाता है। तो गुरु हरकृष्ण साहब महाराज ने बचन कीते सी, कहण लगे असीं चरण धो के अंदर प्रवेश होवांगे, जिन्नियां संगतां ये जल छक लैणगियां, किसी नूं चेचक की बीमारी है कि हैजे की बीमारी है, वो रोग तो उन्होंने रोग निवृत्त होवेगा। तो गुरु सवार जिसने जल छकना किया तो इस तरह वो तंदुरुस्त होए ने, पर जिहड़ी वो बीमारी सी वो सतगुरु गुरु हरकृष्ण साहब महाराज शरीर उत्ते पहले बड़े बड़े विस्फोट होए ने। विस्फोट होने दे नाल सतगुरु तेजी का ताप चढ़िया। माता कृष्ण कौर जी होर भाई गुरबख्श मसान दे इत्यादक ये सारे गुरु सवारे सतगुरां दे कोल बैठे ने। तो सतगुरु महाराज ने अपना अंतिम समा जानना किया। सन 1664 की ये घटना है। 1664 दे विच पातशाह महाराज जो तेजी का ताप चढ़िया होया, संगतां विराग कर रही ने, माता कृष्ण कौर जी कोल हन। तो सतगुरु कहन लगे, माता जी हुण साडा अंतिम समा आ गया है, असी हुण ज्योति जो समाना है। तो माता जी कहन लगे, पुत्र हले तुहाडी की आजू है, 8 कुछ साल की तुहाडी उम्र होई है, तुसीं की देखना कीता है। तो गुरु हरकृष्ण साहब महाराज आखण लगे कि माता जी परमेश्वर का हुक्म है, जिन्नी जिन्नी प्रालब्ध अनुसार किसी नूं आजू प्राप्त होई उन्नी भोगदा है, ना कोई घट भोग सकता ना कोई वध भोग सकता है। जिन्ना को कारज सानू परमेश्वर वाहिगुरू ने सौंपिया सी वो कारज असी कर चुके हैं। हुण साडे जाण तो बाद किसी ने रोना नहीं कुरलाना नहीं है। तो सतगुरु ने बचन कीते, रोना नहीं कुरलाना नहीं। जो सतगुरु ये बचन कर रहे ने, कहते उदों सिखां ने फिर बेनती की कि पातशाह जी आप जी जदों बड़े गुरु साहिबान ज्योति जो समाए ने, गुरु नानक पातशाह ज्योति जो समान लगे, तो गुरु अंगद दे मन गुरता गद्दी की बख्शिश करके गए ने। गुरु अंगद दे महाराज ज्योति जो समान लगे, गुरु अमरदास में गुरगद्दी बख्शिश की है। इस तरह सतगुरु जी आप जी के पिता गुरु तक इस तरह सरीरक तौर पर रहिंदियां होया पातशाह जी गद्दी की बख्शिश करके गए ने। संगतां नूं किसी न किसी लड़ ला के गए हो। तो सतगुरु जी हुण तुसीं ज्योति जो समान लगे हो, तो आप जी दसो तो तुहातों बाद गुरु नानक की गद्दी का 9वां वारस कौन होवेगा? किहड़ा गुरु नानक की गद्दी नूं सामभण वाला कौन हो? सानू किहदे लड़ ला के चले हो? कहते ने उस समय इतिहास का लिखते ने कि गुरु हरकृष्ण साहब महाराज बाला प्रीतम जी ने 5 पैसे नलेर मंगाया, बाबे बकाले की धरती वाल मुख किया। उदों बकाला नगर सी, पहला नगर नाम बकाला
सतगुर के चरण पैण दे नगर का नाम है बाबा बकाला। कहते ने उधरले पासे नूं मुख कीता ते 3 वारी सतगुरु जी ने इस तरह उस नारियों नूं 5 पैसे नूं घुमा के इस तरह मान जिवें सतगुरु परिक्रमा 3 वारी परिक्रमा करते सन उस तरह परिक्रमा की है। ते नाल पातशाह कहन लगे बाबा बसे जे ग्राम बकाले बन गुर संगत सगल संभाले। ये वचन गुरु हरकृष्ण साहब महाराज ने जो इतिहास के बोलने अखीर दे विच कीते ते फिर पातशाह जी सारिਆਂ ਨੂੰ दिलासा दे के सूरज किरण मिले जल का जल हुआ राम ज्योति जोत रली संपूर्ण थिया राम। धन धन सतगुरु श्री गुरु हरकृष्ण साहब महाराज फिर गुरु सवारिओ 1664 ईस्वी नूं ज्योति जो समाए सन। क्योंकि जदों सतगुरु ने बचन कीते कि ग्राम बकाले नगर विच जिहड़े साडे दा बाबा हन वो गद्दी दे मालक हन तो उदों बहुत सारे सोढियां ने उत्थे गद्दियां लाइयां सन जिहड़े अपने आप नूं गुरु अखवाण लग पे सन। पर जे आपां गुरु हरराय साहब गुरु हरकृष्ण साहब महाराज ते गुरु तेग बहादुर पातशाह रिश्ता देखिए ना तो सतगुरु जी बाबा जी लगते सन रिश्ते दुनियावी रिश्ते मुताबिक। क्योंकि बाबा गुरदित्ता जी के साहबजादे ने गुरु हरराय साहब महाराज गुरु हरराय साहब महाराज के अगे पुत्र ने गुरु हरकृष्ण साहब महाराज तो इस तरह ही जिहड़े गुरु तेग बहादुर साहब महाराज हैं वो गुरु हरगोबिंद साहब महाराज सब तो छोटे साहबजादे ते बाबा गुरदित्ता जी के भराता जी हैं रिश्ते विच गुरु हरराय साहब महाराज दे चाचा जी लगते सन। ताए चाचियां नूं जदों बच्चे दादा बाबा ही आखते ने ते गुरु हरकृष्ण साहब ने बचन ये सत कीते कि बाबा बसे बाबा शब्द वरत्या अपने दादा जी ले गुरु तेग बहादुर पातशाह दे लई। पर जो सोढियां ने मंजियां लाइयां ते अखीर ते फिर गुरु सवारे मक्खण शाह लुबाणे सिख दे राही गुरु तेग बहादुर पातशाह जी प्रगट होए ते सतगुरु महाराज ने फिर धर्म की चादर बन के हिंदुस्तान की पत रखना की ते ओ सतगुरु गुरु तेग बहादुर पातशाह महाराज का अज गुरगद्दी दिवस ते धन गुरु हरकृष्ण साहब महाराज का अज गुरु सर ज्योति जोत समान का दिवस दिहाड़ा है। सो सतगुरां दे ज्योति जोत समान दिवस दिहाड़े नूं कोटान कोट प्रणाम ते गुरु तेग बहादुर पातशाह महाराज दे जदों आपां गुरु अरदास करते हैं अरदास दे विच गुरु कलगीधर पातशाह ने बचन कीते ने देखो किन्ने सत्कारयोग वचन पातशाह ने वरते ने। कहते श्री हरकृष्ण धियाई अज डिठे सब दुख जा। ये पक्ष देखिया पातशाह ने कि दिल्ली की धरती उत्ते चेचक की बीमारी फैली लोगों की जिहड़ी पीड़ा सी दर्द सी ना अपने उत्ते सहार ली। फिर गुरु सवारे गुरु तेग बहादुर पातशाह पिता गुरु के बाबत आख दिता कहते तेग बहादुर सिमरे है घर नौन दे आवे धाहे सब थाई होए सहाय। बाकी जो प्रेम नाल आपां सतगुरु नूं याद करिए ना चाहे गुरु नानक नूं याद करिए गुरु ग्रंथ साहब महाराज नूं आपां बाणी पढ़ीए प्रेम दे सह याद करिए जो मर्जी आपां गुरु पातशाह पासों मंगना करिए तो सतगुरु के दर ते 4 प्रकार के पदार्थ पे हुए ने जो मंगांगे साडी भावनावां दा शरधा मता सानू प्राप्त हो जाएगा। सो इतनियां बेनतियां प्रवान दास तो बोलने तो एक नहीं अनेकां गलतियां हो गईयां होणगीयां।